प्यारे विद्यार्थियों, तुहाडा गणित के इस 10th क्लास के लैक्चर में स्वागत है। अज असीं एक्सरसाइज 1.4 दे विचला कंसैप्ट, एग्जाम्पल्स अते इस एक्सरसाइज के सारे क्वेश्चन सॉल्व करने की कोशिश करांगे। अते मैं हर कंसैप्ट नूं बहुत सही ढंग नाल सौखे शब्दों च दस्सण की कोशिश करूँगा तां जो तुहाडा कोई भी क्वेश्चन अड़े ना। तो कल जदों तुसीं दोबारा इस एक्सरसाइज में देखो तो तुसीं कहोगे ये तो सानूं आउंदी है। तो ज़्यादा टाइम नहीं लैंदा, आपां सीधा चलते हैं रैशनल नंबर ते इरैशनल नंबर जिन्हां बारे तुसीं पढ़िया। रैशनल की डेफिनेशन मैं दोबारा आख देना कि पी बटा क्यू की फॉर्म 'च लिखा जा सके, जिथे पी ते क्यू की ने आर इंटीजर्स। ये पहला दस्या होया पुरानियां वीडियो, जिन्हें पुरानियां वीडियोज़ नहीं देखियां एक्सरसाइज 1.2 1.1 1.3 दियां वो इस यूट्यूब चैनल पर पईयां ने, तुसीं देख सकते हो। पी ते क्यू की ने इंटीजर्स ने, यानी कि संपूर्ण संख्यावां ने। उदों बाद अगली गल, पी ते क्यू की ने कोप्राइम ने। कोप्राइम सह अभाज, इन्हां दा कोई भी साझा गुणनखंड नहीं है। तो एक तुहानूं डेसीमल एक्सपेंशन दसी सी भी जदों इहनूं वंडांगे जिहड़े पॉइंट आउणगे जिहड़ा तुहाडा रैशनल नंबर हुंदा है, प्रमेय संख्यावां होंदियां, उहदा जिहड़ी डेसीमल एक्सपेंशन हुंदी है वो हुंदी है नॉन टर्मीनेटिंग टर्मीनेटिंग हुंदी है, या टर्मीनेट ही हो जाता है। या की हुंदा है जे नॉन टर्मीनेटिंग होगी, जे खत्म नहीं हुंदी, फिर रीअक्रिंग होगी रीअक्रिंग। दोनों गल्लां च की गल सीगी, टर्मीनेटिंग भी जो आप वंडांगे किते ना किते पॉइंट जाके अखर 2-3 आके मान लो इत्थे आके खत्म हो गया, ये टर्मीनेटिंग है। हो सकता है कि खत्म ना हो, वारी वारी आई जान, पर तुसीं देखो 375 375 375 रिपीट हो रहे हैं। इहनूं कहने रीअक्रिंग। ਜਿਹੜੇ ਇਹੋ ਜਿਹੇ ਨੰਬਰ ਹੁੰਦੇ ਨੇ ਉਹ ਕਿਹੜੇ ਨੰਬਰ ਹੁੰਦੇ ਨੇ ਤੁਹਾਡੇ ਰੈਸ਼ਨਲ। ਤੇ ਇਰੈਸ਼ਨਲ ਕਿਹੜੇ ਹੁੰਦੇ ਆ? ਇਰੈਸ਼ਨਲ ਦੀ ਡੈਸੀਮਲ ਐਕਸਪੈਂਸ਼ਨ ਹੁੰਦੀ ਹੈ ਨॉन ਟਰਮੀਨੇਟਿੰਗ, ਖਤਮ ਵੀ ਨਹੀਂ ਹੁੰਦੀ, ਕਿਤੇ ਵੀ ਜਾ ਕੇ ਇਹ ਵੰਡ ਤੋਂ ਬਾਅਦ ਪੁਆਇੰਟ ਖਤਮ ਨਹੀਂ ਹੁੰਦੇ, ਐਂਡ ਨॉन ਰੀਅਕਰਿੰਗ। ਤੇ ਡਿਜਿਟ ਵੀ ਚੇਂਜ ਹੁੰਦੇ ਰਹਿੰਦੇ, ਮੰਨ ਲਓ 001 001 001। ਹੁਣ ਕੋਈ ਰਿਪੀਟ ਤਾਂ ਮਤਲਬ ਤੁਸੀਂ ਦੇਖੋ, ਇਹਨੂੰ ਧਿਆਨ ਨਾਲ ਦੇਖੋ ਕਿ ਡਿਜਿਟ ਰਿਪੀਟ ਨਹੀਂ ਹੋ ਰਹੇ। ਪਹਿਲਾਂ ਇੱਕ ਵਾਰ 1 0 2 0 ਆ ਗਈ, ਫਿਰ 3 ਆ ਗਈਆਂ 4 ਆ ਗਈਆਂ। ਇਹ ਜਿਹੜੇ ਅੱਖਰ ਹੁੰਦੇ ਨੇ ਉਹ ਕੀ ਅਪਰਮੇय ਹੁੰਦੇ ਨੇ, ਇਰੈਸ਼ਨਲ ਹੁੰਦੇ ਨੇ, ਇਹੋ ਜਿਹੀਆਂ ਸੰਖਿਆਵਾਂ ਹੁੰਦੀਆਂ ਜਿਹੜੀਆਂ। ਹੁਣ ਆਪਾਂ ਸਿਰਫ ਇਸ ਐਕਸਰਸਾਈਜ਼ ਦੇ ਵਿੱਚ ਕਿਹਦੇ ਬਾਰੇ ਪੜ੍ਹਨਾ? ਆਪਾਂ ਰੈਸ਼ਨਲ ਨੰਬਰ ਬਾਰੇ ਪੜ੍ਹਨਾ ਹੈ। ਕਿਹਦੇ ਬਾਰੇ ਪੜ੍ਹਨਾ ਹੈ? ਰੈਸ਼ਨਲ ਨੰਬਰਸ ਬਾਰੇ। ਡੈਫੀਨੇਸ਼ਨ ਦੇਣੀ ਜ਼ਰੂਰੀ ਸੀ ਤਾਂ ਜੋ ਗੱਲ ਸਮਝ ਆ ਸਕੇ। ਆਪਾਂ 2-3 ਰੈਸ਼ਨਲ ਨੰਬਰ ਲੈਣੇ ਆ। ਉਹ ਰੈਸ਼ਨਲ ਨੰਬਰ ਆਪਾਂ ਰੈਸ਼ਨਲ ਨੰਬਰ ਵੀ ਖਾਸ ਕਿਸਮ ਦੇ ਲਵਾਂਗੇ ਜਿਹੜੇ ਕੀ ਹੋ ਜਾਣ ਟਰਮੀਨੇਟ ਹੋ ਜਾਣ। ਕਿਹੜੇ ਹੋ ਜਾਣ? ਟਰਮੀਨੇਟ। ਆਪਾਂ ਨॉन ਟਰਮੀਨੇਟ ਤੇ ਰੀਅਕਰਿੰਗ ਵਾਲੇ ਨਹੀਂ ਲੈਂਦੇ। ਜਿਹੜੇ ਨॉन ਟਰਮੀਨੇਟ ਤੇ ਰੀਅਕਰਿੰਗ ਵਾਲੇ ਹੁੰਦੇ ਇੱਕ ਰੈਸ਼ਨਲ ਨੰਬਰ, ਇੱਕ ਹੁੰਦੇ ਟਰਮੀਨੇਟਿੰਗ ਵਾਲੇ। ਜਿਹੜੇ ਟਰਮੀਨੇਟ ਹੋ ਜਾਂਦੇ ਨੇ ਆਪਾਂ ਉਹਨਾਂ ਦੀ ਗੱਲ ਕਰਾਂਗੇ ਵੀ ਕਿਤੇ ਨਾ ਕਿਤੇ ਪੁਆਇੰਟ ਤੋਂ ਬਾਅਦ ਅੱਖਰ ਜਿਹੜੇ ਸੰਖਿਆ ਥੋੜੇ ਡਿਜਿਟ ਨੇ ਉਹ ਕਿਤੇ ਨਾ ਕਿਤੇ ਖਤਮ ਹੋ ਜਾਣ। ਹੁਣ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਮੰਨ ਲਓ ਆਪਣੇ ਕੋਲ ਇੱਕ ਐਗਜ਼ਾਮਪਲ ਹੈ 0.375। ਇਸ ਨੂੰ ਕਿਵੇਂ ਲਿਖ ਸਕਦੇ ਹਾਂ? ਆਪਾਂ ਇਸ ਨੂੰ ਲਿਖਦੇ 375 ਅਪੋਨ ਪੁਆਇੰਟ ਮਗਰ 3 ਅੱਖਰ ਨੇ, 3 ਅੰਕ ਨੇ, 1000 ਬਣ ਗਿਆ। 375 1000 ਨੂੰ ਕਿਵੇਂ ਲਿਖ ਸਕਦੇ ਆਪਾਂ? 10 raised to power 3। ਠੀਕ ਹੈ, ਆਪਾਂ 2-3 ਐਗਜ਼ਾਮਪਲ ਇਕੱਠੀਆਂ ਲੈਂਦੇ ਹਾਂ। ਹੁਣ ਤੁਸੀਂ ਦੇਖੋ ਇਹਨੂੰ ਅੱਗੇ ਕੀ ਕਰ ਸਕਦੇ ਆਪਾਂ? ਜਿਹੜੇ ਵੀ ਟਰਮੀਨੇਟ ਹੋਣਗੇ ਕਿਤੇ ਨਾ ਕਿਤੇ ਤਾਂ ਉਹਨੂੰ ਆਪਾਂ 10 ਦੀ ਪਾਵਰ ਨਾਲ ਡਿਵਾਈਡ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਕਿਵੇਂ? ਮੰਨ ਲਓ ਇੱਕ ਐਗਜ਼ਾਮਪਲ ਹੋਰ ਲੈਣਾ ਮੈਂ 0.0875 875 ਉੱਤੇ ਰਹਿ ਗਿਆ। 1 ਪਾਉਣ ਕਿੰਨੀ ਆ ਗਈਆਂ? ਕਿਉਂਕਿ ਜਿੰਨੇ ਪੁਆਇੰਟ ਤੋਂ ਬਾਅਦ ਅੱਖਰ ਹੋਣਗੇ ਹੈ ਤਾਂ ਗਿਣਤੀ ਦੇ ਨੇ, ਇੱਕ ਮਗਰ ਉਨੀਆਂ 0 ਤੋਂ ਲਾ ਕੇ ਆਪਾਂ ਕੀ ਕਰ ਸਕਦੇ ਹਾਂ? ਡਿਵਾਈਡ ਕਰ ਸਕਦੇ ਹਾਂ। ਇਹ ਤੁਹਾਨੂੰ ਦੱਸਿਆ ਹੋਇਆ। ਤਾਂ 875 ਅਪੋਨ 10 to raise power 4, ਐਤਕੀ 10 ਦੀ ਪਾਵਰ ਕਿੰਨੀ ਹੋ ਗਈ? 4 ਹੋ ਗਈ।
ਤਾਂ ਇਹਦਾ ਅਰਥ ਇਹ ਹੈ ਕਿ ਜਿਹੜੀਆਂ ਥੋੜੀ ਟਰਮੀਨੇਟਿੰਗ ਹੋਣਗੇ, ਕਿਉਂਕਿ ਇਹ ਟਰਮੀਨੇਟ ਹੋ ਰਹੇ ਨੇ, ਨਾਨ ਟਰਮੀਨੇਟਿੰਗ ਦੀ ਗੱਲ ਨਹੀਂ ਕਰ ਰਿਹਾ ਮੈਂ, ਜੇ ਟਰਮੀਨੇਟਿੰਗ ਹੋਣਗੇ ਉਹਨੂੰ 10 ਦੀ ਪਾਵਰ ਦੇ ਵਿੱਚ ਆਪਾਂ ਡਿਵਾਈਡ ਕਰ ਸਕਦੇ ਹਾਂ। ਇੱਕ ਛੋਟੀ ਐਗਜ਼ਾਮਪਲ ਨਾਲ ਇੱਕ ਹੋਰ ਲੈ ਲਓ, 0.104 ਤਿੰਨ ਅੱਖਰ ਨੇ, 104 ਅਪੋਨ 1000 ਹੋ ਜੂ ਕਿਉਂਕਿ 3 ਡਿਜਿਟ ਨੇ, 104 ਅਪੋਨ 10 ਦੀ ਪਾਵਰ 3। ਇਸ ਤੋਂ ਬਾਅਦ ਅੱਗੇ ਕੀ ਹੈ, ਹੁਣ 375 ਦੇ ਆਪਾਂ ਕੀ ਕਰ ਲਿਓ, ਪਾਰਟਸ ਕਰ ਲਓ। ਇਹਨੂੰ ਪਹਿਲਾਂ ਕਿੰਨੇ ਤੇ ਡਿਵਾਈਡ ਕਰੀਏ ਆਪਾਂ, ਪਹਿਲਾਂ ਆਪਾਂ ਇਹਨੂੰ ਦੇਖਦੇ ਹਾਂ। ਪਹਿਲਾਂ ਆਪਾਂ ਇਹਨੂੰ ਡਿਵਾਈਡ ਕਰ ਲਿਆ 3 ਤੇ, ਕਿਉਂਕਿ 3 7 10 ਤੇ 5 15, ਜੋੜ 15 ਬਣਦਾ ਹੈ। ਜਦੋਂ ਅੰਕਾਂ ਦਾ ਜੋੜ 3 ਤੇ ਵੰਡਿਆ ਜਾਵੇ ਤਾਂ ਸੰਖਿਆ ਵੀ 3 ਤੇ ਵੰਡੀ ਜਾਂਦੀ ਹੈ। ਵੰਡ ਕੇ ਦੇਖਦੇ ਹਾਂ, 1 3 into 2 6, ਇੱਕ ਬਚ ਗਿਆ, 3 5 15, ਉਹ ਇਹਨੂੰ 5 ਤੇ ਵੰਡ ਦਿਓ, 25 ਆ ਜੂ। ਵੰਡਣਾ ਤੋਂ 9 ਦੀ ਹੈ, ਫਿਰ 5 ਆ ਜੂ, ਫਿਰ 1 ਆ ਜੂ। ਇਟ ਮੀਨਸ ਜਿਹੜਾ ਆਪਣੇ ਇਹ ਆਇਆ ਸੀ, ਇਹ ਆ ਗਿਆ, ਇੱਕ ਤਾਂ 3 ਆ ਗਿਆ, 5 ਕਿੰਨੇ ਟਾਈਮਸ ਹੋ ਗਿਆ, 3 ਟਾਈਮਸ ਆ ਗਿਆ, ਤਾਂ 5 ਦੀ ਪਾਵਰ 3 ਆ ਗਿਆ। ਇਹੀ ਬਣ ਗਿਆ 3 into 5 raised to power 3। 10 raised to power 3 ਨੂੰ ਕਿਵੇਂ ਲਿਖ ਸਕਦੇ ਆਪਾਂ, 10 ਕੀ ਹੁੰਦਾ, 2 into 5 ਦੀ ਪਾਵਰ 3। ਆਪਣੇ ਕੋਲ ਸੀ ਜਿਹੜਾ 0.375 ਸੀਗਾ, ਇਹ ਕੀ ਬਣ ਗਿਆ, 3 raised to power 5/3 upon 2 raised to power 5, 2 ਦੀ ਪਾਵਰ 3 ਐਂਡ 5 ਦੀ ਪਾਵਰ 3। ਇਹੀ ਬਣ ਗਿਆ। ਇਹਦੇ ਨਾਲ ਕੱਟਿਆ ਜਾਊ, ਕੀ ਆ ਗਿਆ, 3/2 ਦੀ ਪਾਵਰ 3। ਇੱਕ ਗੱਲ ਕਲੀਅਰ ਹੋ ਗਈ। ਇਹ ਤੋਂ ਕੀ ਗੱਲ ਮੈਂ ਦੱਸਣੀ ਚਾਹੁੰਦਾ, ਆਪਾਂ ਪਹਿਲਾਂ ਆਪਾਂ ਤਿੰਨੇ ਸੰਖਿਆਵਾਂ ਦੇਖਦੇ ਹਾਂ, ਉਸ ਤੋਂ ਬਾਅਦ ਦੱਸੂ ਮੈਂ ਤੁਹਾਨੂੰ ਕਹਿਣਾ ਕੀ ਚਾਹੁੰਦਾ ਇਹਦੇ ਵਿੱਚੋਂ। ਦੂਸਰਾ ਦੇਖ ਲਓ, ਆਪਣੇ ਕੋਲ ਸੀ ਇਹ ਸੀ, ਪਹਿਲਾਂ 875 ਦੇ ਕੀ ਬਣਾ ਲਾਂਗੇ ਆਪਾਂ, ਟੋਟੇ ਬਣਾ ਲਾਂਗੇ, ਪਾਰਟਸ ਬਣਾ ਲਾਂਗੇ। 875 ਦੇ ਜਿਹੜੇ ਪਾਰਟਸ ਕੀ ਬਣਨਗੇ, 5 ਤੇ ਡਿਵਾਈਡ ਕਰ ਲਓ, 1 3 ਬਚ ਗਏ, 35 7 35 2 25। ਠੀਕ ਹੈ, ਆਹ ਪਾਰਟਸ ਬਣ ਜਾਣਗੇ। ਤਾਂ 875 ਦੇ ਪਾਰਟਸ ਕੀ ਬਣ ਗਏ, 5 ਦੀ ਪਾਵਰ 3 ਆ ਗਈ ਇੰਟੂ 7 ਆ ਗਈ, ਥੱਲੇ 10 ਦੀ ਪਾਵਰ 4 ਹੈ, ਇਹਨੂੰ ਲਿਖ ਸਕਦੇ ਹੋ ਤੁਸੀਂ 2 ਦੀ ਪਾਵਰ 4 ਗੁਣਾ 5 ਦੀ ਪਾਵਰ 4। ਧਿਆਨ ਨਾਲ ਦੇਖੋ ਕਿਵੇਂ ਲਿਖ ਸਕਦੇ ਹੋ, 7/5 ਦੀ ਪਾਵਰ 3 ਹੈ, 5 ਦੀ ਪਾਵਰ 4 ਹੈ। ਇਹ ਤੁਸੀਂ ਪੜ੍ਹਿਆ ਹੋਊਗਾ ਕਿ ਆਹ ਪਾਵਰ 3 ਪਾਵਰਾਂ ਕੱਟੀ ਜਾਣਗੇ, ਇੱਕੋ ਹੀ ਪਾਵਰ ਰਹਿ ਜੂਗੀ, ਜਾਂ ਇਹ 'ਚ ਪਾਵਰ ਮਾਈਨਸ ਹੋ ਜੂ, ਜਿਵੇਂ ਮਰਜ਼ੀ ਸਮਝ ਲਓ। ਤਾਂ ਕੀ ਰਹਿ ਜੂ, 2 ਦੀ 4, 5 ਦੀ 1 ਲਾ ਲਓ ਜਾਂ ਨਾ ਲਾਓ, ਇਹੀ ਗੱਲ ਹੈ ਨਾ, ਜਾਂ 5 ਦੀ 1 ਲਿਖ ਲਓ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਤਾਂ 0.0875 ਸੀ ਜਿਹੜਾ, ਉਹ ਆਪਣੇ ਕੋਲ ਕੀ ਬਣ ਗਿਆ, ਉਹ ਬਣ ਗਿਆ 7/2 raised to power 4 5 ਦੀ ਪਾਵਰ 1। ਇਸ ਤੋਂ ਬਾਅਦ 0.104 ਇਹਨੂੰ ਕਿਵੇਂ ਕਰ ਸਕਦੇ ਆਪਾਂ, 104 ਦੇ ਪਾਰਟਸ ਬਣਾ ਲਓ, 104 2 ਤੇ ਡਿਵਾਈਡ ਕਰਾਂਗੇ 52 ਆ ਜੂ, ਫਿਰ 2 ਤੇ ਡਿਵਾਈਡ ਕਰਾਂਗੇ 26 ਆ ਜੂ, ਫਿਰ 2 ਤੇ ਡਿਵਾਈਡ ਕਰਾਂਗੇ 13 ਆ ਜੂ। ਤਾਂ ਕੀ ਆ ਜੂ, 2 raised to power 3 3 ਵਾਰੀ 2 ਆ ਗਿਆ, ਇੰਟੂ 13/2 ਦੀ 3 5 ਦੀ 3, ਕਿਉਂਕਿ 10 ਦੀ 3 ਹੈ, 2 ਦੀ 3 ਨਾਲ 2 ਦੀ 3 ਕੈਂਸਲ, 13/5 ਦੀ 3। ਇਹ 'ਚੋਂ ਮੈਂ ਕਹਿਣਾ ਕੀ ਚਾਹੁੰਦਾ, ਇਹਨਾਂ ਸਾਰਿਆਂ ਦੇ ਡਿਨੋਮੀਨੇਟਰ ਦੇਖੋ। ਪਹਿਲਾਂ ਇਹਦਾ ਡਿਨੋਮੀਨੇਟਰ ਦੇਖੋ, ਪਹਿਲੀ ਗੱਲ ਤਾਂ ਇਹ ਦੱਸੀ ਸੀ ਵੀ 10 ਦੀ ਪਾਵਰ ਬਣਦੀ ਹੈ, 10 ਵੀ ਅੱਗੇ ਪਾਵਰ ਆਪਾਂ ਤੋੜ ਲਈਆਂ 2 ਤੇ 5 ਦੀ ਸ਼ੇਪ 'ਚ। ਇਹਦੇ ਥੱਲੇ 2 ਦੀ 3 ਜੇ ਲਿਖਣਾ ਹੋਵੇ ਤਾਂ 5 ਦੀ ਪਾਵਰ 0 ਵੀ ਲਿਖ ਸਕਦੇ ਹਾਂ, ਕਿਉਂਕਿ ਕਿਸੇ ਦੀ ਪਾਵਰ 0 ਕਿੰਨੇ 1 ਹੁੰਦੀ ਹੈ, ਇਹ ਵੀ ਵਿੱਚ ਹੀ ਪਈ ਹੈ ਕਿਤੇ ਨਾ ਕਿਤੇ। 2 ਦੀ 4 5 ਦੀ 1, ਇਹ 'ਚ 5 ਦੀ 3। ਤਾਂ ਜਿਹੜੇ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਹੋਊਗੀ, ਜਿਹੜੇ ਟਰਮੀਨੇਟਿੰਗ ਕਿਸੇ ਰੈਸ਼ਨਲ ਨੰਬਰ ਦੀ ਡੈਸੀਮਲ ਐਕਸਪੈਂਸ਼ਨ ਹੋਊਗੀ, ਉਹਦੇ ਡਿਨੋਮੀਨੇਟਰ ਦੇ ਵਿੱਚ ਕਿਤੇ ਨਾ ਕਿਤੇ 2 ਦੀ ਪਾਵਰ ਜਾਂ 5 ਦੀ ਪਾਵਰ ਪਈ ਹੋਊਗੀ, 2 ਦੀ ਪਾਵਰ ਜਾਂ 5 ਦੀ ਪਾਵਰ, ਜਿਹੜਾ ਕੀ ਹੋਊਗਾ, ਟਰਮੀਨੇਟਿੰਗ ਹੋਊਗਾ। ਇੱਥੋਂ ਇੱਕ ਥਿਊਰਮ ਬਣਦੀ ਹੈ, ਉਹ ਥਿਊਰਮ ਕੀ ਬਣਦੀ ਹੈ, ਹੁਣ ਇਸ ਤੋਂ ਥਿਊਰਮ ਇਹ ਬਣੀ ਬੇਟਾ, ਇਹ ਥਿਊਰਮ ਹੈ, ਥਿਊਰਮ ਇੱਕ ਰਿਜ਼ਲਟ ਹੈ ਜਿਹੜਾ ਕਿਸੇ ਨੇ ਪ੍ਰੂਵ ਕੀਤਾ ਹੋਇਆ ਹੈ। ਲੈਟ x ਬੀ ਅ ਰੈਸ਼ਨਲ ਨੰਬਰ, x ਕੋਈ ਰੈਸ਼ਨਲ ਨੰਬਰ ਹੈ, ਪਰਮੇਯ ਸੰਖਿਆ ਹੈ, whose decimal expansion terminate ਹੁੰਦੀ ਹੈ, ਉਹਦੀ ਟਰਮੀਨੇਟ ਜਾਨੀ ਕਿਤੇ ਨਾ ਕਿਤੇ ਖਤਮ ਹੋ ਜਾਂਦੀ ਹੈ। ਤਾਂ x ਨੂੰ ਆਪਾਂ p/q ਦੀ ਸ਼ੇਪ ਵਿੱਚ ਲਿਖ ਸਕਦੇ ਹਾਂ। ਠੀਕ ਹੈ, ਜਿੱਥੇ p ਤੇ q ਉਹ ਕੀ ਨੇ, ਕੋਪ੍ਰਾਈਮ ਜਾਨੀ ਕਿ ਆਪਸ ਵਿੱਚ ਕੁਝ ਵੀ ਸਾਂਝਾ ਨਹੀਂ ਹੈ। ਠੀਕ ਹੈ, ਜਿਵੇਂ ਆਪਾਂ 0.375 ਸੀ, ਇਹ ਟਰਮੀਨੇਟ ਹੁੰਦਾ ਸੀ, ਇਹਨੂੰ ਜਦੋਂ ਆਪਾਂ ਲਿਖਿਆ ਤਾਂ ਇਹ ਬਣ ਗਿਆ ਸੀ ਆਪਣੇ ਕੋਲੋਂ
3/2 कह लो या 3/2 कितना ਹੁੰਦਾ 8 ਹੁੰਦਾ ਹੈ। ਹੁਣ 3 ਤਾਂ 8 ਕੋ ਪ੍ਰਾਈਮ ਨੇ, ਇਹਨਾਂ ਦਾ ਇਹ ਸਹਿ ਅਭਾਜੀ ਨੇ, ਇਹਨਾਂ ਦਾ ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੈ। ਤਾਂ ਕਹਿੰਦਾ P ਤੇ Q ਕੀ ਨੇ, ਕੋ ਪ੍ਰਾਈਮ ਨੇ। ਤੇ ਪ੍ਰਾਈਮ ਫੈਕਟਰਾਈਜੇਸ਼ਨ ਆਫ Q, ਜਿਹੜਾ Q ਹੈ ਆਹ, ਇਹਦੀ ਜਦੋਂ ਆਪਾਂ ਪ੍ਰਾਈਮ ਫੈਕਟਰਾਈਜੇਸ਼ਨ ਕਰਾਂਗੇ, ਪ੍ਰਾਈਮ ਫੈਕਟਰਾਈਜੇਸ਼ਨ ਜਿਵੇਂ 8 ਦੀ ਪ੍ਰਾਈਮ ਫੈਕਟਰਾਈਜੇਸ਼ਨ ਕੀਤੀ ਆਪਾਂ, ਠੀਕ ਹੈ, ਇਜ਼ ਆਫ ਦੀ ਫਾਰਮ 2 ਦੀ ਪਾਵਰ m ਗੁਣਾ 5 ਦੀ ਪਾਵਰ n। ਉਹ ਕਿਹੜੀ ਸ਼ੇਪ 'ਚ ਹੋਊਗੀ, 2 ਦੀ 5 ਗੁਣਾ 2 ਦੀ m ਗੁਣਾ 5 ਦੀ n। 2 ਦੀ ਵੀ ਕੋਈ ਨਾ ਕੋਈ ਪਾਵਰ ਹੋਊ, 5 ਦੀ ਵੀ ਕੋਈ ਨਾ ਕੋਈ ਪਾਵਰ ਹੋਊ। m ਤੇ n ਪੋਜ਼ਿਟਿਵ ਇੰਟੀਜ਼ਰ ਹੋਣਗੇ, ਨੋਨ ਨੈਗੇਟਿਵ ਇੰਟੀਜ਼ਰ ਹੋਣਗੇ, ਕਹਿਣ ਦਾ ਭਾਵ ਜਮਾ ਵਾਲੇ ਇੰਟੀਜ਼ਰ ਹੋਣਗੇ। ਹੁਣ ਤੁਸੀਂ ਕਹੋਗੇ ਵਿੱਚ 5 ਦੀ ਪਾਵਰ ਤਾਂ ਹੈ ਨਹੀਂ ਗੀ। ਤੁਸੀਂ ਤਾਂ ਕਹੇ ਵੀ ਜਦੋਂ ਪ੍ਰਾਈਮ ਫੈਕਟਰਾਈਜੇਸ਼ਨ ਕੀਤੀ, ਇਹਦੇ ਗੁਣਨਖੰਡ ਬਣਾਏ ਅਭਾਜ Q ਦੇ, ਜਿਹੜਾ ਹੇਠਾਂ ਹਰ ਹੈ, ਤਾਂ ਉਹ 2 ਦੀ ਪਾਵਰ ਤੇ 5 ਦੀ ਪਾਵਰ ਹੋਊ। ਬੇਟਾ ਇਹ 'ਚ ਵੀ 5 ਦੀ ਪਾਵਰ ਪਈ ਹੈ। 5 ਦੀ ਪਾਵਰ ਕਿੰਨੀ ਹੈ, ਇਹ 'ਚ 0 ਹੈ। ਜਿੱਥੇ 5 ਨਹੀਂ ਹੈਗਾ ਉੱਥੇ 5 ਦੀ ਪਾਵਰ ਕੀ ਹੈ, 0 ਹੈ। ਕਿਉਂਕਿ 5 ਦੀ ਪਾਵਰ 0 ਕਿੰਨਾ ਹੁੰਦਾ, 1 ਹੁੰਦਾ। 2 ਦੀ 3 ਨੂੰ 1 ਨਾਲ ਕਰਾਂਗੇ, 2 ਦੀ 3 ਹੀ ਰਹਿ ਜੂ ਨਾ। ਇਹਦੇ ਵਿੱਚ ਪਈ ਹੈ। ਆਪਾਂ ਇੱਕ ਐਗਜ਼ਾਮਪਲ ਇਹ ਕੀਤੀ ਸੀ ਕਿ 0.0875 0.0875 ਆਪਾਂ ਕੀਤੀ ਸੀਗੀ। ਇਹ 'ਚ ਕੀ ਆਇਆ ਸੀ, ਇੱਕ ਤਾਂ 7 ਆਇਆ ਸੀਗਾ, ਠੀਕ ਹੈ। ਇੱਕ ਹੋਰ ਕੀ ਆਇਆ ਸੀਗਾ, 2 ਦੀ 3 ਆਇਆ ਸੀਗਾ, ਇੱਕ 5 ਆਇਆ ਸੀਗਾ। ਦੇਖੋ ਇਹਦੇ ਪ੍ਰਾਈਮ ਫੈਕਟਰ 'ਚ 2 ਦੀ ਪਾਵਰ ਵੀ ਪਈ ਹੈ, 5 ਦੀ ਪਾਵਰ ਵੀ ਪਈ ਹੈ। ਸਿਮਿਲਰਲੀ ਆਪਾਂ 0.104 ਪੜ੍ਹਿਆ ਸੀਗਾ, ਉਹ ਕੀ ਪੜ੍ਹਿਆ ਸੀਗਾ, ਉਹ ਪੜ੍ਹਿਆ ਸੀਗਾ ਆਪਾਂ 13/5⁻³ ਇਹ 'ਚ ਹੁਣ 2 ਦੀ ਪਾਵਰ 0 ਨਹੀਂ ਹੈਗੀ, ਤਾਂ 2 ਦੀ ਪਾਵਰ ਕੀ ਹੋਗੀ, ਇੱਥੇ 0 ਹੋਗੀ। ਜਿੰਨੇ ਵੀ ਟਰਮੀਨੇਟਿੰਗ ਡੈਸੀਮਲ ਹੋਣਗੇ ਉਹਨਾਂ ਦੀ ਜਿਹੜੀ P/Q ਦੀ ਫਾਰਮ ਹੋਊਗੀ, ਉਹ 'ਚ P ਤੇ Q ਕੋ ਪ੍ਰਾਈਮ ਹੋਣਗੇ। Q ਦੀ ਪ੍ਰਾਈਮ ਫੈਕਟਰਾਈਜੇਸ਼ਨ ਦੇ ਵਿੱਚ 2 ਗੁਣਾ 5 ਦੀ 2 ਦੀ ਪਾਵਰ ਗੁਣਾ 5 ਦੀ ਕੋਈ ਨਾ ਕੋਈ ਪਾਵਰ ਪਈ ਹੋਊਗੀ। ਇਹ ਥਿਊਰਮ ਕਹਿੰਦੀ ਹੈ। ਇਹ ਕੰਮ ਕਿਵੇਂ ਲੈਣਾ ਆਪਾਂ ਬਾਅਦ 'ਚ ਦੱਸਦੇ ਹਾਂ। ਇੱਕ ਛੋਟੀ ਥਿਊਰਮ ਆਪਾਂ ਹੋਰ ਸਮਝਦੇ ਹਾਂ। ਇੱਕੋ ਐਗਜ਼ਾਮਪਲ ਨਾਲ ਅਗਲੀ ਥਿਊਰਮ ਦੱਸਣਾ ਵੀ ਮੰਨ ਲਓ ਇੱਕ ਨੰਬਰ 3/8 ਹੈ। ਆਪਾਂ 3 8 ਦੀ ਆਪਾਂ ਪ੍ਰਾਈਮ ਫੈਕਟਰਾਈਜੇਸ਼ਨ ਕਰ ਲਈ। 8 ਦੀ ਪ੍ਰਾਈਮ ਫੈਕਟਰਾਈਜੇਸ਼ਨ ਕੀ ਬਣੂ, 2 ਦੀ 3 ਬਣ ਗਈ। ਹੁਣ ਆਪਾਂ ਕੀ ਕਰਦੇ ਹਾਂ, ਇਹਨੂੰ ਮੰਨ ਲੈਂਦੇ ਹਾਂ ਵੀ ਇੱਥੇ ਹੀ 5 ਦੀ 3 ਨਾਲ ਗੁਣਾ ਕਰਤੀ, ਜਿੰਨੀ ਇਹਦੀ ਪਾਵਰ ਹੈ 2 ਦੀ, ਉਨੀ 5 ਦੀ ਪਾਵਰ ਲਾ ਲਓ। ਇਹ ਕਿਉਂ ਕੀਤਾ ਬਾਅਦ 'ਚ ਦੱਸਦੇ ਹਾਂ। ਕਿਉਂਕਿ 2 ਦੀ 3 ਗੁਣਾ 5 ਦੀ 3 10 ਦੀ 3 ਹੋ ਜੂ ਨਾ, ਤਾਂ 10 ਦੀ 3 ਬਣਾਉਣ ਲਈ ਆਪਾਂ ਕੀਤਾ 3 ਗੁਣਾ 5 ਦੀ 3, 3 ਗੁਣਾ 5 ਦੀ 3 ਹੁੰਦਾ 125, 5 ਗੁਣਾ 5 25 ਗੁਣਾ 5 125, ਆ ਹੋ ਗਿਆ 10 ਦੀ 3 ਹੋ ਗਿਆ। 125 ਨੂੰ 3 ਤੇ ਗੁਣਾ ਕਰੋਗੇ ਤਾਂ ਕਿੰਨਾ ਆ ਜੂ, 375। 10 ਦੀ 3 ਕਿੰਨਾ ਆ ਜੂ, 1000 ਆ ਜੂ। ਇਹ ਕੀ ਬਣ ਗਿਆ, 0.375। ਜਮਾ ਉਲਟ ਗੱਲ ਹੋ ਗਈ। ਕੀ ਗੱਲ ਹੋਈ ਕਿ ਕੋਈ ਪ੍ਰਮੇਯ ਸੰਖਿਆ ਸੀ P/Q ਦੇ ਵਿੱਚ, P ਤੇ Q ਕੋ ਪ੍ਰਾਈਮ ਸੀਗੇ। ਜੇ ਉਹ ਟਰਮੀਨੇਟਿੰਗ ਡੈਸੀਮਲ ਹੋਊਗੀ, ਜੇ ਉਹਦੀਆਂ ਪਾਵਰਾਂ 2 ਤੇ 2 ਦੀ 3 ਗੁਣਾ 5 ਦੀ 3 ਦੀ ਸ਼ੇਪ 'ਚ ਹੋਊ। ਜਿਹੜਾ ਟਰਮੀਨੇਟਿੰਗ ਹੈ ਤਾਂ ਪਾਵਰਾਂ 2 ਦੀ 3 ਤੇ 2 ਦੀ m ਤੇ 5 ਦੀ n ਹੋਣਗੀਆਂ। ਜੇ ਪਾਵਰਾਂ 2 ਦੀ m ਤੇ 5 ਦੀ n ਹੈ, ਇਹ ਤੋਂ ਬਗੈਰ ਕੋਈ ਪਾਵਰ ਨਹੀਂ ਹੈ ਥੱਲੇ ਡਿਨੋਮੀਨੇਟਰ ਦੇ ਵਿੱਚ, ਫਿਰ ਟਰਮੀਨੇਟਿੰਗ ਹੋਊਗਾ। ਇਹਨੂੰ ਲਿਖਾਂਗੇ ਕਿਵੇਂ, ਤਾਂ ਕਹਿੰਦਾ ਲੈਟ x = P/Q ਬੀ ਏ ਰੈਸ਼ਨਲ ਨੰਬਰ। ਇਹ ਉਲਟ ਕਹਿਤਾ, ਪਹਿਲਾਂ ਡੈਸੀਮਲ ਐਕਸਪੈਂਸ਼ਨ ਕਹਿਤੀ, ਆਪਾਂ ਹੁਣ ਇੱਥੋਂ ਰੈਸ਼ਨਲ ਨੰਬਰ ਤੋਂ ਚੱਲ ਪਏ। ਇੱਕ ਰੈਸ਼ਨਲ ਨੰਬਰ ਹੈ ਜਿਹੜਾ ਉਹਦਾ Q ਹੈ, ਉੱਤੇ P ਹੈ, ਥੱਲੇ Q ਕਿੰਨਾ 8 ਹੈ, ਸੱਚ ਦੈਟ ਪ੍ਰਾਈਮ ਫੈਕਟਰਾਈਜੇਸ਼ਨ ਆਫ Q ਇਜ਼ ਇਨ ਦੀ ਫਾਰਮ ਆਫ 2 ਦੀ ਪਾਵਰ 5 ਐਂਡ 5 ਦੀ ਪਾਵਰ n। ਜਿਹੜੀ ਦੀ ਪ੍ਰਾਈਮ ਫੈਕਟਰਾਈਜੇਸ਼ਨ ਹੈ, ਮੰਨ ਲਓ ਜਿਵੇਂ ਆਪਾਂ ਇੱਥੇ ਪੜ੍ਹਿਆ ਸੀਗਾ 0.0875 ਦੇ ਵਿੱਚ 0.0875, ਇਹ ਐਕਚੁਅਲੀ ਬਣ ਕੀ ਗਿਆ ਸੀ, ਇਹ ਆਪਣੇ ਕੋਲ ਬਣ ਗਿਆ ਸੀਗਾ 7/2 ਦੀ ਪਾਵਰ 3 × 5 ਬਣ ਗਿਆ ਸੀ ਆਪਣੇ ਕੋਲ। ਆਹ ਚੀਜ਼ ਬਣਾਏਗਾ, ਯਾਨੀ 7/40, 8 5 40, 7/40 ਹੈ। ਇਹਨੂੰ ਜੇ ਆਪਾਂ 5 ਦੀ 2 ਨਾਲ ਉੱਤੇ ਵੀ ਗੁਣਾ ਕਰ ਦਈਏ, 5 ਦੀ 2 ਨਾਲ ਥੱਲੇ ਵੀ ਕਰ ਦਈਏ, ਤਾਂ ਇਹ ਕਿੰਨਾ ਹੋ ਜੂ, 2 ਦੀ 3 ਤੇ 5 ਦੀ 3 ਹੋ ਜੂ। ਕਿਉਂ ਹੋ ਜੂ 5 ਦੀ 3? ਕਿਉਂਕਿ 40 ਕੀ ਹੈ, ਬੇਸਿਕਲੀ 2 ਦੀ 3 ਗੁਣਾ 5 ਹੈ। ਇੱਕ 5 ਦੀ 2 ਆਪ, ਇੱਕ ਆਪ ਹੈ, 5 ਦੀ 3 ਹੋ ਗਿਆ, 2 ਦੀ 3 ਹੋ ਗਿਆ, ਇਹਦਾ 10 ਦੀ 3 ਹੋ ਗਿਆ।
उत्ते कितना बन जू 5 5 25, 25 ਨੂੰ 7 ਨਾਲ ਗੁਣਾ ਕਰ ਲਓ 875। समझ आ गए। 875 ਨੂੰ ਕਿੰਨਾ ਬਣ ਜੂ ਤੁਹਾਡਾ 10 ਦੀ 3, ਇਹ ਬਣ ਜੂ 0.875। ਇਹ ਐਂ ਬਣ ਸਕਦਾ। ਜੇ 5 ਦੀ 4 ਨਾਲ ਗੁਣਾ ਕਰ ਦਈਏ 3 ਨਾਲ ਹੋਰੀ ਫਿਰ 5 ਉੱਤੇ ਵੀ 5 ਦੀ 3 ਆ ਜਾਊਗਾ, ਫਿਰ 0.0875 ਹੋ ਜਾਊਗਾ। ਤਾਂ ਕਹਿੰਦਾ ਕੀ ਹੈ, ਕਹਿੰਦਾ ਇਹ ਹੈ ਕਿ P/Q ਇੱਕ ਰੈਸ਼ਨਲ ਨੰਬਰ ਹੈ। Q ਦੀ ਜਿਹੜੀ ਫੈਕਟਰਾਈਜੇਸ਼ਨ ਹੈ 2 ਦੀ ਪਾਵਰ m ਦੇ 5 ਦੀ ਪਾਵਰ n ਦੀ ਸ਼ੇਪ 'ਚ ਹੈ। m ਤੇ n ਨਾਨ ਨੈਗੇਟਿਵ ਇੰਟੀਜ਼ਰ ਨੇ। ਦੈਨ x ਹੈਜ਼ ਏ ਟਰਮੀਨੇਟ ਡੈਸੀਮਲ ਐਕਸਪੈਂਸ਼ਨ ਵਿੱਚ ਟਰਮੀਨੇਟਸ। ਤਾਂ ਜਿਹੜੀ x ਦੀ ਡੈਸੀਮਲ ਐਕਸਪੈਂਸ਼ਨ ਹੋਊਗੀ ਉਹ ਟਰਮੀਨੇਟਿੰਗ ਹੋਊਗੀ, ਨਾਨ ਟਰਮੀਨੇਟਿੰਗ ਨਹੀਂ ਹੋਊਗੀ। ਦੋਨੇ ਗੱਲਾਂ ਉਲਟ ਨੇ। ਦੁਬਾਰਾ ਕਾਲੀ 'ਚ ਦੱਸ ਦੇਣਾ, ਇੱਕ ਡੈਸੀਮਲ ਐਕਸਪੈਂਸ਼ਨ ਆ ਕੋਈ ਵੀ ਜਿਹਦੇ ਅੱਖਰ ਕਿਤੇ ਨਾ ਕਿਤੇ ਮੁੱਕ ਜਾਂਦੇ ਆ, ਜਦੋਂ ਉਹਨੂੰ P/Q ਦੀ ਸ਼ੇਪ 'ਚ ਲਿਖਾਂਗੇ ਤਾਂ Q ਦੀ ਜਿਹੜੀ ਪ੍ਰਾਈਮ ਫੈਕਟਰਾਈਜੇਸ਼ਨ ਹੋਊਗੀ ਉਹ 2 ਦੀ ਪਾਵਰ m ਗੁਣਾ 5 ਦੀ ਪਾਵਰ n ਵਰਗੀ ਹੋਊਗੀ, ਪਹਿਲੀ ਗੱਲ। ਦੂਜੀ ਗੱਲ, ਮੰਨ ਲਓ ਕੋਈ ਉਦੋਂ ਉਲਟ ਗੱਲ, P/Q ਕੋਈ ਰੈਸ਼ਨਲ ਨੰਬਰ ਹੈ ਅਤੇ Q ਕਿਹਦੀ ਸ਼ੇਪ 'ਚ ਹੈ 2 ਦੀ m ਗੁਣਾ 5 ਦੀ n ਦੀ ਸ਼ੇਪ 'ਚ ਹੈ, ਤਾਂ ਜਦੋਂ ਇਹਨੂੰ ਡੈਸੀਮਲ ਐਕਸਪੈਂਸ਼ਨ ਕਰਾਂਗੇ ਉਹ ਟਰਮੀਨੇਟਿੰਗ ਆਊਗੀ। ਜੇ ਟਰਮੀਨੇਟਿੰਗ ਆਊਗੀ ਤਾਂ 2 ਦੀ 5 m ਦੀ n ਬਣੂਗਾ ਥੱਲੇ। ਜੇ 2 ਦੀ m ਤੇ 5 ਦੀ n ਹੈਗਾ ਤਾਂ ਟਰਮੀਨੇਟਿੰਗ ਬਣੂਗੀ। ਇੱਕ ਦੂਜੇ ਦਾ ਉਲਟ ਹੈ। ਐਗਜ਼ਾਮਪਲ ਲੈ ਕੇ ਚੱਲਾਂਗੇ। ਐਕਸਰਸਾਈਜ਼ ਤੋਂ ਸਿੱਧਾ ਸ਼ੁਰੂ ਕਰੂੰਗਾ ਮੈਂ ਅਤੇ ਤੁਹਾਨੂੰ ਸਾਰੀ ਐਕਸਰਸਾਈਜ਼ ਕਰਵਾ ਦੂੰਗਾ। ਕੀ ਕਹਿੰਦਾ ਹੈ ਕਿ ਵਿਦਾਊਟ ਐਕਚੁਅਲੀ ਪਰਫੋਰਮਿੰਗ ਦਾ ਲੌਂਗ ਡਿਵੀਜ਼ਨ। ਲੌਂਗ ਡਿਵੀਜ਼ਨ ਨਹੀਂ ਕਰਨੀ, ਵੰਡ ਕੇ ਨਹੀਂ ਦੇਖਣਾ ਆਪਾਂ, ਬਿਨਾਂ ਵੰਡੇ ਦੇਖਣਾ ਹੈ ਕਿ ਜਿਹੜੇ ਦਿੱਤੇ ਹੋਏ ਰੈਸ਼ਨਲ ਨੰਬਰ ਨੇ ਉਹਨਾਂ ਦੀ ਜਿਹੜੀ ਡੈਸੀਮਲ ਐਕਸਪੈਂਸ਼ਨ ਟਰਮੀਨੇਟਿੰਗ ਹੋਊਗੀ ਜਾਂ ਨਾਨ ਟਰਮੀਨੇਟਿੰਗ ਹੋਊਗੀ। ਸਟੇਟ ਵੈਦਰ ਦ ਫੋਲੋਇੰਗ ਨੰਬਰਸ ਵਿਲ ਹੈਵ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਔਰ ਨਾਨ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ। ਐਗਜ਼ਾਮਪਲ ਪਹਿਲਾ ਕੁਐਸਚਨ ਹੈ 1.4 ਐਕਸਰਸਾਈਜ਼ ਦਾ, ਉਹ ਹੈਗਾ 13/3125। ਕਰਾਂਗੇ ਕੀ ਆਪਾਂ 3125 ਦੇ ਕੀ ਬਣਾ ਲਾਂਗੇ, ਪਾਰਟਸ ਬਣਾ ਲਾਂਗੇ। ਮੈਂ ਇਹਦੇ ਪਾਰਟਸ ਬਣਾਤੇ ਥੋੜਾ ਟਾਈਮ ਬਚਾਉਣ ਲਈ, ਸਿੱਧਾ ਤੁਹਾਨੂੰ ਪਾਰਟਸ ਕਰਕੇ ਦਿਖਾਤੇ। ਇਹ ਪਾਰਟਸ ਇੱਦਾਂ ਦੇ ਬਣ ਗਏ ਇਹਦੇ, ਕਿਉਂਕਿ ਵੀਡੀਓ ਲੰਬੀ ਨਾ ਹੋਵੇ ਇਸ ਕਰਕੇ ਮੈਂ ਪਾਰਟਸ ਬਣਾਤੇ ਇਹਦੇ। ਤਾਂ ਇਹ ਕੀ ਬਣ ਗਿਆ 13/5 ਦੀ ਪਾਵਰ ਕਿੰਨੀ ਹੈ 1 2 3 4 5 ਇੰਟੂ 2 ਹੈ ਨਹੀਂ, 2 ਦੀ ਪਾਵਰ ਆਪਾਂ 0 ਲਿਖ ਸਕਦੇ ਹਾਂ। ਹੋਰ ਕੋਈ ਪਾਵਰ ਬਣੀ ਇਹਦੇ ਥੱਲੇ? ਨਹੀਂ ਬਣੀ। ਜੇ ਨਹੀਂ ਬਣੀ ਇਟ ਮੀਨਸ ਇਹ ਟਰਮੀਨੇਟਿੰਗ ਹੈ। ਇਹ ਕੀ ਹੈ? ਟਰਮੀਨੇਟਿੰਗ। ਉੱਪਰਲੇ ਦੇ ਆਪਾਂ ਕਿਉਂ ਨਹੀਂ ਪਾਰਟਸ ਬਣਾਏ? ਕਿਉਂਕਿ 13 ਆਪਣੇ ਆਪ 'ਚ ਪ੍ਰਾਈਮ, ਇਹਦੇ ਹੋਰ ਪਾਰਟਸ ਨਹੀਂ ਬਣਦੇ, ਇਸ ਕਰਕੇ ਅਦਰਵਾਈਜ਼ ਆਪਾਂ 13 ਦੇ ਵੀ ਪਾਰਟਸ ਬਣਾਉਣੇ ਸੀਗੇ। ਤਾਂ ਇਹ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਹੈਗੀ ਹੈ। ਠੀਕ ਹੈ। ਦੂਜੀ ਐਗਜ਼ਾਮਪਲ ਲੈਂਦੇ ਹਾਂ। ਦੂਜਾ ਕੁਐਸਚਨ ਹੈਗਾ ਬੇਟਾ ਇਹਦਾ 17/8। ਹੁਣ 17 ਦੇ ਕੋਈ ਪਾਰਟਸ ਨਹੀਂ ਬਣਨਗੇ, 17 ਪ੍ਰਾਈਮ ਹੈ। 8 ਦੇ ਪਾਰਟ ਬਣਾਉਣ ਦੀ ਲੋੜ ਹੀ ਨਹੀਂ, ਆਪਾਂ ਨੂੰ ਪਤਾ 2 ਦੀ 3 ਹੋਊਗਾ। ਜੇ 2 ਦੀ 3 ਹੋਊ ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ 2 ਦੀ 3 ਗੁਣਾ 5 ਦੀ 0। ਇਟ ਮੀਨਸ ਇਹਦੇ ਵੀ 2 ਦੀ m ਤੇ 5 ਦੀ n ਵਰਗੇ ਡਿਨੋਮੀਨੇਟਰ ਹੈ, ਹੋਰ ਕੋਈ ਤਾਂ ਨਹੀਂ ਹੈਗਾ ਇਹਦੇ ਵਿੱਚ? ਨਹੀਂ ਹੈਗਾ। ਇਟ ਮੀਨਸ ਇਹ ਟਰਮੀਨੇਟਿੰਗ ਹੈ। ਜੇ ਇੱਕ ਵੀ ਅੱਖਰ ਕੋਈ ਹੋਰ ਆ ਗਿਆ ਥੱਲੇ ਤਾਂ ਉਹ ਨਾਨ ਟਰਮੀਨੇਟਿੰਗ ਹੋਊਗਾ। ਥਰਡ ਕੁਐਸਚਨ 64/455। ਹੁਣ 64 ਦੇ ਪਾਰਟਸ ਵੈਸੇ ਤੁਹਾਨੂੰ ਆਉਣੇ ਚਾਹੀਦੇ ਆ 32 16 8 4 2 1 6 टाइम 2 455। ਹੁਣ ਦੇਖੋ ਇਹਦੇ ਪਾਰਟਸ ਇਹੋ ਜਿਹੇ ਬਣਨਗੇ। 5 ਦੇ ਵੰਡਾਂਗੇ 5 ਨੇ 45, 5 × 5। ਹੁਣ ਇਹ 91 13 ਤੇ ਵੰਡਿਆ ਜਾਊ, 7 ਦੇ ਵੰਡਿਆ ਜਾਊ, 13 7 91। ਤਾਂ ਥੱਲੇ ਕੀ ਹੈਗਾ 5 ਗੁਣਾ 13 ਗੁਣਾ 7। ਹੁਣ ਇਹਦੀ ਪਾਵਰ ਜਿਹੜੀ ਬਟਿਆਂ 'ਚ ਡਿਨੋਮੀਨੇਟਰ ਹੈ Q, ਉਹ 2 ਦੀ m ਗੁਣਾ 5 ਦੀ n ਦੀ ਸ਼ੇਪ 'ਚ ਨਹੀਂ ਹੈਗਾ, ਇਸ ਕਰਕੇ ਇਹ ਨਾਨ ਟਰਮੀਨੇਟਿੰਗ ਹੈ। ਕਿਹੜਾ ਇਹ? ਨਾਨ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ। फोर्थ क्वेश्चन की है बेटा 29/343। ठीक है। और 29 की फैक्टराइजेशन होनी नहीं क्योंकि प्राइम नंबर है। 343 की आप करके देखते हैं। वैसे मैंने पता है कि चल तुहानूं करके दिखाना 7 से डिवाइड होगा, फिर 7 से डिवाइड होगा,
फिर 7 से डिवाइड होगा की आ जू 29/7 की ये 2 ਦੀ ਪਾਵਰ m इंटू 5 ਦੀ ਪਾਵਰ n ਦੀ ਸ਼ੇਪ 'ਚ ਹੈ नहीं है तो 7 ਦੀ ਸ਼ੇਪ 'ਚ आ गया इट मीनस ये भी की है नॉन टर्मीनेटिंग है सौखे ਜਿਹੇ क्वेश्चन है 1-1 मिनट का काम है ये पंजवां क्वेश्चन है ਤੁਹਾਡਾ 2 ਦੀ ਪਾਵਰ 3 अपॉन 2 ਦੀ ਪਾਵਰ 3 इंटू 5 ਦੀ ਪਾਵਰ 2 ਭਾਵੇਂ ਇਹਨੂੰ ਦੂਜੇ ਤਰੀਕੇ ਲਿਖ ਲੈਂਦੇ ਤਾਂ ਭਾਵੇਂ ਇਸ ਨੂੰ ਆਪਾਂ ਲਿਖਣਾ ਨਹੀਂਗਾ ਇਹਦਾ ਇੱਕ ਰੂਪ ਇਹ ਵੀ ਹੋ ਸਕਦਾ ਸੀਗਾ ਇਹ ਇੱਥੇ ਮੈਂ ਲਿਖ ਕੇ ਦਿਖਾ ਦਿੰਦਾ 2 ਦੀ ਪਾਵਰ 3 8 ਹੋ ਜਾਣਾ ਸੀਗਾ 2 ਦੀ ਪਾਵਰ 3 8 इंटू 5 ਦੀ ਪਾਵਰ 2 ਕਿੰਨਾ ਹੋ ਜਾਣਾ 25 ਇਹ ਇਦਾਂ ਵੀ ਹੋ ਸਕਦਾ ਸੀਗਾ ਠੀਕ ਹੈ ਪਰ ਆਪਾਂ ਕੋਲ ਸਿੱਧੀ ਦਿੱਤਾ ਹੋਇਆ ਪਾਰਟਸ ਫੈਕਟਰਾਈਜੇਸ਼ਨ ਪਹਿਲਾਂ ਕਰਕੇ ਹੀ ਦੇਤੀ ਇਹਨਾਂ ਨੇ ਤਾਂ ਕਰਾਂਗੇ ਕੀ ਆਪਾਂ ਆ 2 ਦੀ ਪਾਵਰ 3 ਨਾਲ 2 ਦੀ ਪਾਵਰ 3 ਖਤਮ ਹੋ ਗਿਆ 1/5 ਸਕੁਅਰ ਇਟ ਮੀਨਸ ਇਹ ਕੀ ਹੋਊਗਾ ਹੁਣ ਇਹ ਵੀ 2 ਦੀ ਪਾਵਰ m ਤੇ 5 ਦੀ ਪਾਵਰ n ਵਰਗਾ ਹੀ ਹੈ ਕਿਉਂਕਿ 2 ਦੀ ਪਾਵਰ 0 ਹੈ ਤਾਂ ਇਹ ਵੀ ਕੀ ਹੈ ਟਰਮੀਨੇਟਿੰਗ ਹੈ ਮੇਰੇ ਹਿਸਾਬ ਨਾਲ ਮੈਂ ਰਕਮ ਗਲਤ ਲਿਖਿਆ ਰਕਮ ਸੀ 23/2 ਦੀ 3 ਗੁਣਾ 5 ਦੀ 2 23 ਦੇ ਪਾਰਟਸ ਨਹੀਂ ਬਣਦੇ ਐਜ਼ ਇਟ ਰਹਿ ਜੂਗਾ ਇਹ ਵੀ 2 ਦੀ ਪਾਵਰ m 5 ਦੀ ਪਾਵਰ n m 3 ਹੈ n 2 ਹੈ ਉਸੇ ਸ਼ੇਪ 'ਚ ਹੀ ਹੈ ਇਹ ਵੀ ਕੀ ਹੈ ਟਰਮੀਨੇਟਿੰਗ ਹੈ ਚਾਹੇ ਤਾਂ ਆਹ ਰਕਮ ਆ ਜਾਂਦੀ ਚਾਹੇ ਆ ਜਾਂਦੀ ਆਨਸਰ ਇੱਕੋ ਹੀ ਆਉਣਾ ਸੀ ਕਿ ਉਹਨਾਂ ਕੀ ਟਰਮੀਨੇਟਿੰਗ ਕਿਉਂ ਕਿਉਂਕਿ ਕਿਉਂ ਕਿਹਦੀ ਸ਼ੇਪ 'ਚ ਹੈ 2 ਦੀ ਪਾਵਰ m ਤੇ 5 ਗੁਣਾ 5 ਦੀ ਪਾਵਰ n ਹੁਣ ਆਹ ਐਗਜ਼ਾਮਪਲ ਹੈ 129 इंटू 2 ਦੀ ਪਾਵਰ 2 5 ਦੀ ਪਾਵਰ 7 7 ਦੀ ਪਾਵਰ 5 129 ਦੇ ਆਪਾਂ ਪਾਰਟਸ ਬਣਾ ਲਏ ਪਹਿਲਾਂ 4 3 ਤੇ ਡਿਵਾਈਡ ਹੋ ਜਾਊਗਾ ਇਦੋਂ ਅੱਗੇ ਡਿਵਾਈਡ ਨਹੀਂ ਹੋਣਾ ਤਾਂ ਇਹਦੇ ਪਾਰਟਸ ਬਣ ਜਾਣਗੇ 3 इंटू 43 ਥੱਲੇ 2 ਦੀ ਪਾਵਰ 2 5 ਦੀ ਪਾਵਰ 7 2 ਦੀ ਪਾਵਰ ਤੇ 5 ਦੀ ਪਾਵਰ ਤਾਂ ਹੈਗੀ ਹੈ ਬਟ 7 ਦੀ ਪਾਵਰ ਤਾਂ ਨਹੀਂ ਹੋਣੀ ਚਾਹੀਦੀ ਸੀ ਨਾ ਆਹ ਗਲਤ ਆ ਗਈ ਜੇ ਇਹ ਆ ਗਈ ਤਾਂ ਇਹਦਾ ਮਤਲਬ ਕੀ ਹੈ ਇਹ ਨੌਨ ਟਰਮੀਨੇਟਿੰਗ ਹੈ ਜੇ ਤਾਂ ਕਿਸੇ ਨਾਲ ਉੱਤੇ ਵੀ 7 ਦੀ ਪਾਵਰ 5 ਆ ਜਾਂਦਾ ਕਿਸੇ ਤਰੀਕੇ ਤੇ ਕੱਟਿਆ ਜਾਂਦਾ ਫਿਰ ਤਾਂ ਹੱਲ ਹੋ ਜਾਂਦਾ ਪਰ ਇਹ ਕੱਟੇ ਨਹੀਂ ਜਾਂਦਾ ਇਸ ਕਰਕੇ ਇਹ ਕੀ ਹੈ ਨੌਨ ਟਰਮੀਨੇਟਿੰਗ ਹੈ ਇੱਕ ਐਗਜ਼ਾਮਪਲ ਹੋਰ 6/15 6 ਨੂੰ ਕੀ ਲਿਖ ਸਕਦੇ ਆਪਾਂ 2/3 15 ਨੂੰ ਲਿਖ ਸਕਦੇ ਆਪਾਂ 3/5 3 ਨਾਲ 3 ਕੱਟਿਆ ਗਿਆ 2/5 ਹੁਣ ਇਸ ਨੂੰ ਵੀ ਲਿਖ ਸਕਦੇ 5 ਦੀ ਪਾਵਰ 1 2 ਹੈ ਨਹੀਂ 2 ਦੀ ਪਾਵਰ 0 ਤਾਂ 2 ਦੀ ਪਾਵਰ m 5 ਦੀ ਪਾਵਰ n ਬਣ ਗਿਆ इट मीनस ये की है टर्मीनेटिंग है एक दो क्वेश्चन ਤੁਹਾਡੇ ਲਈ ਮੈਂ ਜਾਣਬੁੱਝ ਕੇ ਛੱਡ ਰਿਹਾ ਵੈਸੇ ਮੈਂ ਕਿਹਾ ਸੀ ਕਿ ਮੈਂ ਸਾਰੀ ਐਕਸਰਸਾਈਜ਼ ਕਰਾਉਂਗਾ ਫਿਰ ਵੀ ਤੁਹਾਡੇ ਲਈ ਛੱਡ ਰਿਹਾ ਇੱਕ ਕੁਐਸਚਨ ਹੋਰ ਕਰਾਉਣਾ 35/50 ਹੈ ਮੰਨ ਲਓ 5 7 35 5 इंटू 5 इंटू 2 एक 5 ਨਾਲ 5 ਕੱਟਿਆ ਗਿਆ 7/5 ਦੀ 1 2 ਦੀ 1 ਤਾਂ ਇਹ ਵੀ ਉਸੇ ਸ਼ੇਪ 'ਚ ਹੀ ਹੈ ਜਿਹੜੀ ਸ਼ੇਪ ਆਪਾਂ ਨੂੰ ਚਾਹੀਦੀ ਹੈ ਇਹ ਕੀ ਹੋ ਗਿਆ ਟਰਮੀਨੇਟਿੰਗ ਹੋ ਗਿਆ ਬਾਕੀ ਜਿਹੜੇ ਇੱਕ ਦੋ ਕੁਐਸਚਨ ਰਹਿ ਗਏ ਤੁਸੀਂ ਉਹ ਆਪ ਹੱਲ ਕਰਨੇ ਆ ਤੁਹਾਡੀ ਇਹ ਸਾਰੀ ਐਕਸਰਸਾਈਜ਼ ਇਹਦੇ ਨਾਲ ਹੱਲ ਹੋ ਜੂਗੀ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ